ਸਤਿ ਸ਼੍ਰੀ ਅਕਾਲ ਜੀ, मैं ਹਾਂ ਮਨੀਸ਼ ਅਤੇ ਲੈ ਕੇ ਹਾਜ਼ਰ ਹਾਂ एक खास प्रोग्राम ਜਿਹਦੇ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਹਰਿੰਦਰ ਸਿੰਘ ਸਿੱਖਾਂ ਹੋਣਾ ਨੇ, ਜਿਨ੍ਹਾਂ ਨੇ ਇੱਕ ਉਪਰਾਲਾ ਕੀਤਾ ਹੈ। ਉਪਰਾਲਾ ਕੀਤਾ ਗਿਆ ਕਿ ਤੁਹਾਨੂੰ ਆਪਣੇ ਇਤਿਹਾਸ ਦੇ ਨਾਲ, ਸਾਡੇ ਗੌਰਵਮਈ ਇਤਿਹਾਸ ਦੇ ਨਾਲ ਇੱਕ ਵਾਰੀ ਫਿਰ ਮੁਲਾਕਾਤ ਕਰਾਈ ਜਾਵੇ ਤੇ ਸਾਡੇ ਗੁਰੂਆਂ ਬਾਰੇ ਇੱਕ ਵਾਰੀ ਤੁਹਾਨੂੰ ਫਿਰ ਇੱਕ ਜਾਣਕਾਰੀ ਦਿੱਤੀ ਜਾਵੇ। ਅਸੀਂ ਕਿਤਾਬਾਂ 'ਚ ਬਹੁਤ ਵਧੀਆ ਪੜ੍ਹਿਆ ਹੋਏਗਾ, ਲੇਕਿਨ ਕਹਿੰਦੇ ਨੇ ਕਿ ਸਕਰੀਨ ਦੇ ਉੱਤੇ ਜੋ ਕੁਝ ਅਸੀਂ ਦੇਖਦੇ ਹਾਂ ਉਹ ਸਾਡੇ ਮਨ ਮੰਦਰਾਂ ਦੇ ਉੱਤੇ ਇਮੀਡੀਏਟਲੀ ਜਿਹੜਾ ਅਸਰ ਕਰਦਾ ਹੈ। ऐसे करके एक फिल्म जी है लैके हाजिर होए ने नानक शाह फकीर, जिस दे उत्ते बहुत सारी तुसी सोशल मीडिया ते भी गल्लां पढ़ियां होणगियां, प्रोमोज भी देखे होणगे, लेकिन इस फिल्म दे विच की लैके तुहाडे वास्ते आए ने ਉਹਦੇ ਵਾਸਤੇ ਅੱਜ ਤੁਹਾਨੂੰ ਜਿਹੜੀ ਹੈ ਇਹਦੇ ਵਿੱਚ ਅਸੀਂ ਇਸ ਖਾਸ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਕਰਾਉਣ ਜਾ ਰਹੇ ਹਾਂ। ਮੇਰੇ ਨਾਲ ਹਰਿੰਦਰ ਸਿੰਘ ਜੀ ਦੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮਿਸਟਰ ਆਰਿਫ ਜ਼ਿਕਾਰੀਆ ਵੀ ਮੌਜੂਦ ਨੇ, ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਇੱਕ ਅਹਿਮ ਰੋਲ ਜਿਹੜਾ ਅਦਾ ਕੀਤਾ ਹੈ। ਉਹਨਾਂ ਦੇ ਰੋਲ ਬਾਰੇ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਦੀ ਉਹ ਭੂਮਿਕਾ ਉਹਨਾਂ ਨੇ ਨਿਭਾਈ ਹੈ। ਇਸ ਲਈ ਸਭ ਤੋਂ ਪਹਿਲਾਂ ਇਹਨਾਂ ਦੀ ਮੁਲਾਕਾਤ ਕਰਾਉਣੀ ਹੈ ਜੀ ਤੁਹਾਡੇ ਨਾਲ। ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਿੰਦਰ ਸਿੰਘ ਜੀ, ਇੱਕ ਉਪਰਾਲਾ ਹੈ, मैं तो ਜਦੋਂ ਦੇ ਪ੍ਰੋਮੋ ਦੇਖੇ ਨੇ ਆਪਣੇ ਆਪ 'ਚ ਕਾਫੀ ਇਸ ਫਿਲਮ ਨੂੰ ਦੇਖਣ ਲਈ ਬੇਚੈਨ ਹੈ ਕਿ ਕਦੋਂ ਇਹ ਫਿਲਮ ਪੂਰੀ ਤਰ੍ਹਾਂ ਸਕਰੀਨ ਦੇ ਉੱਤੇ ਆਏਗੀ। ਸਾਡੀ ਪੂਰੀ ਵਿਊਅਰਸ ਨੂੰ ਦੱਸਣ ਦੀ ਕੋਸ਼ਿਸ਼ ਕਰੋ ਕਿ ਕੀ ਖਾਸ ਇਸ ਫਿਲਮ ਦੇ ਵਿੱਚ ਤੁਸੀਂ ਲੈ ਕੇ ਹਾਜ਼ਰ ਹੋ ਰਹੇ ਹੋ। ਇਸ ਫਿਲਮ 'ਚ ਸਿਰਫ ਗੁਰੂ ਨਾਨਕ ਸਾਹਿਬ ਦੀ ਕੰਪਿਊਟਰ ਗ੍ਰਾਫਿਕਸ ਤੋਂ ਪਿੱਠ ਤੋਂ ਜੀ ਉਹਨਾਂ ਨੂੰ ਇੱਕ ਰੇ ਆਫ ਲਾਈਟ ਤੋਂ ਦਿਖਾਇਆ ਗਿਆ ਹੈ। ਓਕੇ, ਲੇਕਿਨ ਸਾਡਾ ਮਕਸਦ ਗੁਰੂ ਸਾਹਿਬ ਦੇ शरीर ਨੂੰ ਦਿਖਾਣਾ नहीं है। ਉਹ ਦਿਖਦੇ ਕਿਸ ਤਰ੍ਹਾਂ ਨੇ ਉਹ ਤਾਂ ਦਿਖਾਇਆ ਹੀ नहीं है। ਉਹਨਾਂ ਨੇ ਜੋ ਟੀਚਿੰਗ ਸਾਨੂੰ ਦਿੱਤੀਆਂ, ਉਹ ਜੋ ਸਬਕ ਸਾਨੂੰ ਸਿਖਾਏ, ਉਸ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਈ ਮਰਦਾਨਾ ਦੀ ਨਜ਼ਰਾਂ ਤੋਂ। ਓਕੇ, ਔਰ ਇਹ ਸਭ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਸੀ, ਸਿਖਾਇਆ ਸੀ, ਅਸੀਂ ਤਾਂ ਉਸ ਤਰ੍ਹਾਂ ਤੇ ਚੱਲ ਹੀ ਨਹੀਂ ਰਹੇ। ਜੋ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਦੀ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ, ਅਸੀਂ ਤਾਂ ਲੰਗਰ ਪ੍ਰਥਾ ਹੀ ਨਹੀਂ ਨਿਭਾ ਰਹੇ। उन्होंने एक ओंकार का संदेश दिता सी। अज पूरी कौम 50 बाबियां नूं मन्नी फिरदी है। उन्होंने कहा सीगा कि सिर्फ परमेश्वर के सिर झुकाना है जी, असीं सारे दुनिया जहान के बाबियां के अगे मत्थे टेकते हैं। उन्होंने कहा सीगा कि किरत करो, वंड छको ते नाम जपो। अज नां दे इलावा असीं सब कुछ जप रहे हैं। तो उन्होंने एक बड़ा सोहना सुनेहा दिता सीगा, भंड जमीए भंड मंगीए मनीए, भंड निमीए भंडो मंगन व्याहो जी, भंडो होवे दोस्ती नाल। क्या सीगा, सो क्यों बंदा आखे जित जमे राजान, नानक भंडो बारा एको सच्चा सोए। और किथे सब तो ज़्यादा फीमेल फिटिसाइड है पंजाब च। उस तरह दसते गुरु साहब ने सीख ही नहीं दी सी जिस तरह असीं चल रहे हाँ। हुण जद तक तुसीं उहनूं किताबां च बंद रखोगे ਤਾਂ ਤੱਕ ਇਹ ਬਾਹਰ ਨਹੀਂ ਆਏਗੀ, ਕਿਉਂਕਿ ਲੋਕੀ ਅੱਜ ਦੇ ਜ਼ਮਾਨੇ 'ਚ, ਡਿਜੀਟਲ ਦੇ ਜ਼ਮਾਨੇ ਵਿੱਚ ਕਿਤਾਬਾਂ ਨਹੀਂ ਪੜ੍ਹ ਰਹੇ। ਉਹ ਜੋ ਤੁਸੀਂ ਵਿਜ਼ੂਅਲ ਇੰਪੈਕਟ ਨਾਲ ਦਿਖਾ ਸਕਦੇ ਜੇ ਸਿਰਫ 2 ਘੰਟੇ ਦੀ ਫਿਲਮ ਵਿੱਚ, ਉਹ 20,000 ਕਿਤਾਬਾਂ ਮਿਲ ਕੇ ਨਹੀਂ ਬਣਾ ਸਕਦੀਆਂ। ਨਵੀਂ ਜਨਰੇਸ਼ਨ ਹੈ ਉਹ ਲਗਭਗ ਡਿਸਕਨੈਕਟਡ ਹੈ। ਤੁਸੀਂ ਪੈਸ਼ਨ ਆਫ ਜੀਸਸ ਕ੍ਰਾਈਸਟ ਦੇਖ ਲਿਓ, ਉਹਨਾਂ ਨੇ ਸਿਰਫ 2 ਘੰਟੇ ਜਾਂ 2.5 ਘੰਟੇ ਦੀ ਮੂਵੀ ਵਿੱਚ ਲੱਖਾਂ ਜਿਹੜੇ ਕ੍ਰਿਸਚੀਅਨਸ ਨੇ ਉਹਨਾਂ ਨੂੰ ਵਾਪਸ ਫੇਥ ਵਿੱਚ ਲਿਆਏ। ਤੇ ਗੁਰੂ ਸਾਹਿਬ ਨੇ ਸਿੱਖੀਜ਼ਮ ਐਜ਼ ਅ ਵੇ ਆਫ ਲਾਈਫ ਬਣਾਇਆ ਸੀ। ਤੇ ਜਿਸ ਤਰ੍ਹਾਂ ਬੇਕੀ ਤੁਹਾਡੇ ਤੋਂ ਪਹਿਲਾਂ ਇੱਕ 4 ਸਾਹਿਬਜ਼ਾਦੇ ਮੂਵੀ ਆਈ ਸੀ। 4 ਸਾਹਿਬਜ਼ਾਦੇ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਰਵਾਇਆ ਵੀ, ਕਿਉਂਕਿ ਇਤਿਹਾਸ ਬਾਰੇ ਅਸੀਂ ਜਾਣਦੇ ਨਹੀਂ ਸੀ। ਕਦੇ ਬੱਚਿਆਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਕਿ ਸਾਡੀਆਂ ਉਸ ਕਿਤਾਬਾਂ ਨੂੰ, ਉਸ ਗ੍ਰੰਥਾਂ ਨੂੰ ਪੜ੍ਹਨ ਦੀ, ਲੇਕਿਨ ਉਹ ਫਿਲਮ ਨੇ ਸਾਰਾ ਕੁਝ ਦੱਸ ਦਿੱਤਾ ਕਿ ਕੀ ਵਾਪਰਿਆ ਸੀ। ਉਸ ਤਰ੍ਹਾਂ ਹੀ ਤੁਸੀਂ ਦੁਬਾਰਾ ਫਿਲਮ ਲੈ ਕੇ ਆ ਰਹੇ ਹੋ ਗੁਰੂ ਨਾਨਕ ਦੇਵ ਜੀ ਦੀ ਲਾਈਫ ਦੇ ਉੱਤੇ। ਇਹ ਆਪਣੇ ਆਪ 'ਚ ਇੱਕ ਚੀਜ਼ ਹੈ ਕਿ ਤੁਸੀਂ ਇਤਿਹਾਸ ਦੁਬਾਰਾ ਖੋਲ੍ਹਣ ਜਾ ਰਹੇ ਹੋ ਸਾਡੇ ਸਾਰਿਆਂ ਸਾਹਮਣੇ, ਕਿਉਂਕਿ ਮੇਰੇ ਬੱਚੇ ਜਿਹੜੇ ਹੋਣਗੇ ਉਹ ਵੀ ਸ਼ਾਇਦ ਕਿਤਾਬਾਂ ਤੋਂ ਕਦੀ ਵੀ ਨਾ ਪੜ੍ਹਦੇ, ਪਰ ਉਹ ਫਿਲਮ ਵੇਖਣਗੇ ਤਾਂ ਉਹਨਾਂ ਨੂੰ ਜਾਪੇਗਾ ਕਿ ਪਹਿਲੀ ਪਾਤਸ਼ਾਹੀ ਕੌਣ ਸੀ, ਉਹਨਾਂ ਨੇ ਕੀ ਕੀਤਾ ਸੀ, ਉਹਨਾਂ ਦਾ ਸੰਦੇਸ਼ ਕੀ ਸੀ। ਲੇਕਿਨ ਇਹ ਮਨ ਨੂੰ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਜਦੋਂ ਤੁਸੀਂ ਇਹ ਸਾਰਾ ਯਤਨ ਕੀਤੇ, ਇੰਨਾ ਸੰਘਰਸ਼ ਕੀਤਾ, ਕਿਉਂਕਿ ਮੈਨੂੰ ਜਿੰਨਾ ਕਿ ਮੈਂ ਇੰਟਰਨੈਟ ਤੋਂ ਪੜ੍ਹਿਆ, ਇਸ ਫਿਲਮ ਨੂੰ ਸੱਚ ਹਕੀਕਤ ਤੱਕ ਲਿਆਉਣ ਲਈ ਤੁਸੀਂ ਬਹੁਤ ਸੰਘਰਸ਼ ਕੀਤਾ। ਉਹਦੇ ਬਾਰੇ ਕੀ ਹੈ? ਜੋ 550 ਸਾਲ 'ਚ ਨਹੀਂ ਹੋਇਆ, ਅਗਰ ਉਹ ਤੁਸੀਂ ਕਰ ਰਹੇ ਹੋ ਤੇ ਆਪੋਜੀਸ਼ਨ ਹੋਏਗੀ। ਫਿਰ ਆਪੋਜੀਸ਼ਨ ਨੂੰ ਹਵਾ ਦੇਣ ਵਾਲੇ ਜਿਹੜੇ ਤੱਤਵ ਨੇ, ਫਰਿੰਜ ਐਲੀਮੈਂਟਸ ਨੇ, ਜਿਨ੍ਹਾਂ ਨੇ ਫਿਲਮ ਨਹੀਂ ਦੇਖੀ, ਉਹ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ। ਲੇਕਿਨ ਜੋ ਹੁਣੇ ਸਾਡੇ ਨਾਲ ਬਰਮਿੰਗਮ ਤੇ ਲੰਡਨ 'ਚ ਹੋਇਆ, ਅਸੀਂ ਹੁਣੇ ਕੱਲ੍ਹ ਉੱਥੇ ਹੀ ਸੀਗੇ, ਤੇ
ਉਹਨਾਂ ਨੇ ਜਦ ਸਕਰੀਨ ਦੇਖਿਆ ਤੇ ਅੰਦਰ ਆਉਣ ਤੋਂ ਪਹਿਲੇ ਉਹ ਸਾਰੇ ਨਾਰਾਜ਼ ਸੀਗੇ, ਜਿਹਨੇ ਸਿੱਖ ਸੀਗੇ ਬੜੇ ਨਾਰਾਜ਼ ਸੀ, ਤੁਸੀਂ ਇਹ ਕੀ ਕਰਤਾ, ਇਹ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ ਜੀ। ਗੁਰੂ ਸਾਹਿਬ ਦਿਖਾਤੇ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਤੁਸੀਂ ਫਿਲਮ ਦੇਖ ਲਓ, ਓਕੇ, ਔਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਅਕਾਲ ਪੁਰਖ ਦੇ ਬਿਨਾਂ ਪਰਮਿਸ਼ਨ ਦੇ, ਇਜਾਜ਼ਤ ਦੇ, ਮਿਹਰਬਾਨੀ ਰਹਿਮਤ ਦੇ ਬਣ ਹੀ ਨਹੀਂ ਸਕਦੀ ਸੀ। ਫਿਰ ਉਹਨਾਂ ਨੇ ਜਦ ਇਸ ਫਿਲਮ ਨੂੰ ਦੇਖਿਆ ਤੇ ਉਹਦੇ ਬਾਅਦ ਅੱਧੇ ਤੋਂ ਜ਼ਿਆਦਾ ਲੋਕ ਅਥਰੂ ਚ ਗਏ ਸਨ, ਔਰ ਉਹ ਲੋਕ ਜਿਨ੍ਹਾਂ ਨੇ ਕਿ ਮੈਨੂੰ ਬੜਾ ਜਿਹੜਾ ਚੈਲੰਜ ਕਰਤਾ ਸੀਗਾ ਕਿ ਫਿਲਮ ਚੱਲਣ ਨਹੀਂ ਦੇਣਗੇ ਔਰ ਇਹ ਕਰ ਦੇਣਗੇ ਔਰ ਉਹ ਕਰ ਦੇਣਗੇ, ਉਹ ਕਹਿ ਰਹੇ ਸਨ ਕਿ ਸਾਨੂੰ ਇਸ ਗੱਲ ਦੀ ਪਤਾ ਨਹੀਂ ਸੀ ਕਿ ਇਹ ਫਿਲਮ ਇਸ ਤਰੀਕੇ ਦੀ ਬਣੀ ਹੈ। ਜਿਸ ਤਰ੍ਹਾਂ A.R. ਰਹਿਮਾਨ ਸਾਹਿਬ ਨੇ ਕਿਹਾ ਕਿ ਇਹ ਲਾਰੈਂਸ ਆਫ ਅਰੇਬੀਆ ਨੂੰ ਹੀ ਬੀਟ ਕਰਦੀ ਹੈ, ਇਹ ਇਸ ਲੈਵਲ ਤੇ ਬਣੀ ਹੈ। ਹੁਣ ਇੱਕ ਐਸਾ ਅਣਜਾਣ ਆਦਮੀ ਜਿਹਨੂੰ ਕਿ ਕਦੀ ਕੈਮਰੇ ਤੋਂ ਫੋਟੋ ਨਾ ਖਿੱਚਣੀ ਆਏ, ਉਸ ਤੋਂ ਉਪਰਾਲਾ ਹੋਇਆ, ਇਸ ਦਾ ਮਤਲਬ ਉਸ इंसान ने नहीं किया, जो किया सो हर किया, भयो कबीर कबीर। आरवी जी, आपसे एक बार तो सर झुकता है कि आपने इस स्पिरिचुअल मूवी में आपने इतना बढ़िया रोल अदा किया, क्योंकि पूरी मूवी जो है आपके इर्द गिर्द घूमती है उसमें, तो कितना टफ था आपके लिए उस रोल को अदा करना, और कितना टफ था क्योंकि इसमें हर बार कोई ना कोई किंतु परंतु करने के लिए रहते हैं ऐसी मूवीज में, तो उस चीज को भी मद्देनजर रख के आपने जो भी रोल अदा किया उसमें क्या क्या चैलेंज थे आपके सामने? देखिए, मैं हमेशा सोचता हूँ कि ये एक दिव्य शक्ति थी जिसने मुझे चुना और ये रोल सौंपा मुझे भाई मर्दाना का, और एक जिम्मेदारी का रोल था और जिम्मेदारी का एहसास भी था मुझे कि उसे मुझे अच्छी तरह से निभाना है। लेकिन जैसे सिक्का साहब ने कहा कि ये उनका ड्रीम था, उनका पैशन था, तो कहानी और स्क्रिप्ट उन्होंने रची हुई थी, सारी जो घटनाएं हमने दिखाई हैं वो लिखी हुई थी रिसर्च करने के बाद। तो मुझे सिर्फ वो जो लिखा शब्द था उसे बड़ी सच्चाई और ईमानदारी और पूरी श्रद्धा के साथ निभाना था जी। और मैंने पूरी कोशिश की है शूटिंग के दौरान भी कि वो सच्चाई नज़र आए, वो सच्चाई पर्दे पे दिखे, क्योंकि भाई मर्दाना का जो मूल भाव था वो एक नानक साहब के प्रति एक सच्ची श्रद्धा थी, एक सच्ची भावना थी, जिसके साथ वो नानक जी के साथ इतना सफ़र किया उन्होंने, इतने लंबे तक गए वो। तो ये बहुत जिम्मेदारी का एहसास था, आज भी है। कल आप फिल्म देखने वाले हैं तो उम्मीद है देखने के बाद आप मुझे कहेंगे कि हाँ, आपने जिम्मेदारी पूरी तरह से निभाई है। तो ये डर तो लगा रहा है, अभी भी लग रहा है मुझे, जैसा आपने कहा कल आ रहे हैं आप देखने के लिए, तो हर आदमी जो कहता है कि मैं देखने वाला हूँ, तो एक डर रहता है मुझ में कि वो किस तरह से वो देखेगा और समझेगा। और इस जो सफ़र हमने फिल्म में दिखाया है, उस सफ़र को समझेगा और उसके पीछे जो सारे मूल भाव हैं वो समझना बहुत ज़रूरी है। तो मुझे लगता है अब तक जो रिस्पॉन्स हुआ है काफ़ी पॉजिटिव रहा है। जिन जिन लोगों ने फिल्म देखी उन्होंने सराहा, हम जो दिखाना चाहते हैं, हम जिस तरह से दिखा रहे हैं वो भी बहुत ज़रूरी है, वो भी अच्छी तरह से दिखाया है हमने। तो मुझे आशा है कि लोग देखकर ये समझ जाएंगे। हरिंदर जी, म्यूजिक ने तो पहले ही सब कुछ खत्म किया हुआ है, जितना भी ਅਸੀਂ म्यूजिक ਨੂੰ ਹੁਣ ਤੱਕ ਸੁਣਿਆ, ਔਰ ਜੋ ਜਿਸ ਤਰ੍ਹਾਂ ਦੇ ਵੀ ਉਹਦੀ ਬੈਕਗ੍ਰਾਉਂਡ म्यूजिक ਆਉਂਦੇ ਆ ਜਾਂ ਜਦੋਂ ਗ੍ਰਾਫਿਕ ਦੇ ਵਿੱਚ ਗੁਰੂ ਸਾਹਿਬਾਨ ਨੂੰ ਦਿਖਾਇਆ ਜਾਂਦਾ ਹੈ, ਉਸ ਵੇਲੇ ਜਿਹੜੀ ਉਹ ਬੈਕਗ੍ਰਾਉਂਡ ਦੇ ਵਿੱਚ म्यूजिक ਆਉਂਦਾ ਇੱਕ ਵਾਰੀ ਕੰਬਣੀ ਛੱਡਦੀ ਹੈ ਅੰਦਰ, ਕਿਉਂਕਿ ਮੈਂ ਇਸ ਭਾਵਨਾ ਨੂੰ ਦੇਖ ਰਿਹਾ ਉਹਦੇ ਵਿੱਚ। ਤੇ ਕਿੰਨਾ ਕੁ ਜ਼ਿਆਦਾ ਐਫਰਟ ਸੀ, ਕਿਉਂਕਿ ਚੈਲੰਜ ਸੀ, ਕੁਝ ਦਿਖਾ ਨਹੀਂ ਸਕਦੇ, ਸਿੱਖੀ ਅਸੂਲਾਂ ਤੋਂ ਆਪਾਂ ਬਾਹਰ ਜਾ ਨਹੀਂ ਸਕਦੇ, ਲੇਕਿਨ ਹਰ ਚੀਜ਼ ਨੂੰ ਬੜਾ ਨਾਪ ਤੋਲ ਕੇ ਜਿਹੜਾ ਉਹ ਚੀਜ਼ ਪੂਰਾ ਕੀਤਾ ਗਿਆ ਕਿ ਕਿਸੇ ਨੂੰ ਕੁਝ ਕਮੀ ਵੀ ਨਾ ਲੱਗੇ ਤੇ ਕਿਸੇ ਨੂੰ ਇਹ ਵੀ ਨਾ ਲੱਗੇ ਕਿ ਕਿਤੇ ਤੋਂ ਵੱਧ ਜਾਈਏ। ਉਸ ਵੇਲੇ ਕਿੰਨਾ ਕੁ ਚੈਲੰਜ ਸੀ ਤੁਹਾਨੂੰ ਇਹਦੇ ਬਾਰੇ? ਦੇਖੋ, ਮੈਂ ਤੁਹਾਨੂੰ ਕਿਹਾ ਬਲੇਸਿੰਗ ਨਾਲ ਹੋਇਆ ਜੀ। ਇੱਕ ਅਣਜਾਣ ਅਨਾੜੀ ਆਦਮੀ ਕੋਲੋਂ ਕੁਦਰਤ ਇੰਨਾ ਵੱਡਾ ਉਪਰਾਲਾ ਕਰਾਏ, ਇਹ ਮਿਰੇਕਲ ਨਹੀਂ ਹੈ। A.R. ਰਹਿਮਾਨ ਸਾਹਿਬ ਜੁੜ ਜਾਣ, ਰਸੂਲ ਪੁਕੋਟੀ ਆਸਕਰ ਵਿਨਰ, ਟਾਮਸ ਕਾਂਟੇਲਨ ਜੋ ਕਿ ਹਾਲੀਵੁੱਡ ਦਾ ਫੇਮਸ ਬੈਕਗਰਾਉਂਡ ਸਕੋਰਰ ਹੈ, ਉਹ ਜੁੜ ਜਾਏ, पंडित जसराज, भाई निर्मल सिंह जिन्होंने शब्द गाए गुरु साहब के, और एक शब्द असी रिकॉर्ड किया जिदे के नानक आया कल तारन गुरु नानक आया, उहदे भारतीय संगीत शैली का ऐसा कोई वड्डा कलाकार नहीं है जिन्हें एक एक लाइन नहीं गाई है। रूप कुमार राठौड़, सोनू निगम, कैलाश खेर और हरभजन मान, हर्षदीप कौर, ਇਹ ਸਾਰੇ ਦੇ ਸਾਰੇ ਆ ਕੇ ਗਾ ਕੇ ਹੱਥ ਜੋੜ ਕੇ ਕਹਿੰਦੇ ਜੀ ਪੈਸੇ ਨਹੀਂ ਲੈਣੇ। ਨਹੀਂ, ਇਹ ਤਾਂ ਚਵੀ ਕਹਿ ਰਹੇ ਸੀ ਕਿ ਹਰ ਇੱਕ ਸਿੰਗਰ ਰਿਕੁਐਸਟ ਕਰ ਰਿਹਾ ਸੀ ਕਿ ਮੈਨੂੰ ਇਸ ਸੇਵਾ ਨਿਭਾਉਣ ਦਾ ਮੌਕਾ ਦਿਓ, ਕਿਉਂਕਿ ਇਸ ਫਿਲਮ ਦੇ ਵਿੱਚ ਇਸ 뮤직 'ਚ ਮੈਂ ਹਿੱਸਾ ਪਾਉਣਾ ਚਾਹੁੰਦਾ। ਇਸ ਤਰ੍ਹਾਂ ਦੀ ਸੱਚਾਈ ਬਿਲਕੁਲ ਜੀ। ਔਰ 18
लोग आके गा गए जी। 2 बच्चे मलेशिया तो आए कि और अपने खर्चे ते आए सिर्फ 5 मिनट की रिकॉर्डिंग ਲਈ और इतने पैशन नाल गा के गए। पंडित जसराज सिर्फ 5 मिनट ਲਈ आए सन और 35 मिनट तक गाते रहे और इस तरह अथरू आ रहे सन उन्होंने। ਜਦੋਂ ਫਿਲਮ ਬਣਦੀ ਹੈ ਤੇ ਮੈਨੂੰ ਦੱਸਿਆ ਗਿਆ ਸਟੋਰੀ ਪਹਿਲੇ ਲਿਖੀ ਜਾਂਦੀ ਹੈ, ਸਕਰੀਨ ਤੇ ਲਿਖਿਆ ਜਾਂਦਾ ਹੈ, ਫਿਰ ਸ਼ਬਦ ਸੌਂਗ ਰਿਕਾਰਡ ਹੁੰਦੇ ਆ। ਇੱਥੇ ਸਭ ਕੁਝ ਉਲਟ ਹੋਇਆ ਹੈ। ਇੱਥੇ 2010 ਵਿੱਚ ਉੱਤਮ ਸਿੰਘ, ਨਿਰਮਲ ਸਿੰਘ ਤੇ ਮੈਂ ਮਿਲ ਕੇ ਪਹਿਲੇ ਸ਼ਬਦ ਕਿਹੜੇ ਕਿਹੜੇ ਹੋਣੇ ਹੈ, ਕਿਸ ਤਰ੍ਹਾਂ ਤਿਆਰ ਹੋਣੇ ਹੈ, ਉਹ ਤਿਆਰ ਕੀਤੇ। ਫਿਰ ਸ਼ਬਦ ਦੇ ਆਲੇ ਦੁਆਲੇ ਸਟੋਰੀ ਤਿਆਰ ਹੋਈ। ਇਹ ਸਭ ਕੁਝ ਉਲਟ ਹੋਇਆ। ਔਰ ਉੱਤਮ ਸਿੰਘ ਜਦ ਮਿਊਜ਼ਿਕ ਲਾਂਚ ਹੋਇਆ ਸੀਗਾ ਜਦ 7 ਅਪ੍ਰੈਲ ਨੂੰ ਦਿੱਲੀ ਵਿੱਚ A.R. ਰਹਿਮਾਨ ਦੇ ਹੱਥੋਂ, तो उन्होंने कहा सीगा कि मनु नहीं पता है म्यूजिक किस तरह तैयार हो गया। उन्होंने किस तरह पता चलेगा? बाणी लिखी गुरु साहब ने, उहियो रागां विच गाण वाले गवाण वाले हो, करता कारज कारण आपे। ते असी तो सिर्फ हैरान ही हो सकते सीगे। और सिवाय हैरान दे जदों जदों असी साडी पिठ दीवार नाल लाउंदे सी लगदा सी असी फस गए, तो तदों तदों मिरेकल हुंदा सी। अच्छा जी। और कोई ना कोई मिरेकल तुसी सुनते हो, देखते हो। सानू कुदरत ने बख्शिया और मिरेकल नू कैमरे ते कैप्चर करन नू। ओके। और एक दे बाद एक ऐसे ऐसे उपराले होए, एक बाद ऐसे ऐसे काम हो गए कि लोग कहते सन कि तुहाडे नाल ए किस तरह जुड़ गए, वो दूसरा किस तरह जुड़ गए। वड्डी वड्डी हस्तियां आके अपने आप जुड़ गई। ऐसा भी होया है कि लोगों ने लुटिया है। अच्छा जी। और लोगों ने खूब सानू बेवकूफ़ बनाया है क्योंकि उन्होंने पता से असी नवे हाँ। लेकिन कोले की खान च जा रहे हो तो कालख तो लगेगी, लेकिन जब तुसी उस कोले की खान तो बाहर निकले तुहाडे हाथ च हीरे ने, तो इस तो वड्डी कमाई हो नहीं सकती। एक होर छोटी जी गल है, 4 साहबजादे विच भी इहो कंट्रोवर्सीज होईयां सन। उहियो लोगों ने फ्रिंज एलीमेंट्स ने कहा सीगा तुसी गुरु साहब नूं, गुरु साहब दे बच्चों नूं क्यों दिखा दिता। लेकिन वो 4 साहबजादे जब बाहर आई तो लोगों के रोने निकल गए जी। 4 साहबजादे कमर्शियल फिल्म सी, उहदे चों पैसा कमाया गया सी, उस मकसद नाल बनी सी, कोई हर्ज नहीं है जी। इस 35 करोड़ की फिल्म में कोई पैसा कमाया नहीं जाएगा, सारा लंगर की तरह वरताउन होएगा। वो पैसा जो खर्चा गया है वो भी घर नहीं लिया जाएगा। सो एक भी पैसा इस फिल्म चों प्रोड्यूसर के घर नहीं आएगा। ये मेरे लिए थोड़ी गल है कि मनु गुरु साहब का इन्ना करम मिल गया। नहीं, ये तो मतलब कि साडी पूरे व्यूअर्स वास्ते बहुत वड्डी गल होएगी। शायद ये बारे कुछ जानता हो कि एक लोग समझते हैं कि शायद कमर्शियली इनू जिहड़ा तैयार किया गया, लेकिन जितना तुसीं कह रहे कि 35 करोड़ की लागत है, लेकिन जिहड़ी कमाई होएगी उहदे विच भी जिहड़ा लंगर की तरह गुरु की सेवा दे विच जिहड़ा जाएगा, बहुत वड्डी चीज़ होंदी है। कहना ही शायद मुश्किल हो जाए क्योंकि जो लोग होर कोई कमर्शियल इस तरह सोचते हैं अपने आप सिर झुकदा है क्योंकि तुसीं एडा वड्डा जिहड़ा एफर्ट इनू कीता। मैं लेकिन आरिफ जी तुहाडे को वापस आना चाहांगा क्योंकि स्क्रीन दे विच बार-बार तुसीं दिख रहे हो। तुहाडे आसे पासे जिहड़े कलाकार सन जां जिन्हां नूं भी उस सेवा करन दा मौका मिलिया, मैं इनू रोल नहीं कहांगा, इनू मैं सेवा कहांगा क्योंकि जदों इस तरह की स्पिरिचुअल फिल्म नूं असीं बनाउण जांदे हां तो उहदे विच मैं बाहर जिहड़ी पहिलां तुहाडे नाल गल कीती कि एक डर भी हुंदा है, लेकिन अज पूरा प्रोजेक्ट रेडी है, कुछ समय बाद उन्होंने लोग देखणगे, उदों अपने आप च तुहाडे अपनी निजी जीवनी दे उत्ते तुहाडी लाइफ दे उत्ते इस फिल्म ने कितना कसर छड्डिया? अब जैसे जैसे ये हम इसका प्रचार करने चल रहे हैं तो मुझे लगता है बहुत गहरा असर रखा हुआ है जी। क्योंकि हर इंसान का मकसद ये होता है कि अपने अंदर की जो अच्छाई है वो ढूंढे। ओके। अब किस तरह से, किस जरिए से, किन लोगों के मार्फत वो आती है, वो एक ज़िंदगी का सफ़र अपना होता है, किस्मत की बात होती, लोग आते हैं। अब मेरा सौभाग्य ये था कि मैं ये रोल करने के बाद मुझे शायद ऐसा लगता है कि मैं कहीं स्पिरिचुअल अंदरूनी तौर पे हल्का सा वैसा स्पिरिचुअल तो नहीं हो गया हूँ। एक ठहराव सा आ गया है, एक बर्दाश्त करने की सहन शक्ति आ गई है, एक चुपचाप चीज़ें समझने की शक्ति आ गई है जो शायद भाई मर्दाना के किरदार में मैंने निभाई है। तो वो सबकॉन्शियसली लेवल पे कहीं मुझे असर शायद ऐसा लगता है कर रही है। और दूसरा मेरे लिए बहुत इंपॉर्टेंट ये था कि सिख हिस्ट्री मुझे इस फिल्म के साथ समझने को मिली। हालांकि गुरु नानक देव जी के बारे में तो जानते हैं सब, भाई मर्दाना के बारे में छोटी मोटी कहानियाँ मैंने भी सुनी थी, लेकिन ये फिल्म करने के बाद मुझे इस बात का एहसास हुआ कि उनका कितना बड़ा योगदान है इस पूरे सिख हिस्ट्री और कल्चर और फिलॉसफी में, जो मुझे इसके पहले शायद पता नहीं था।
अपने आप में बहुत बड़ी अचीवमेंट है आपकी भी, क्योंकि आपकी जिंदगी इससे थोड़ी सी बदल रही है और अच्छी हो कुछ हद तक मेरा ख्याल है कि बदल रही है कुछ हद तक, सच बात तो ये है। ਹੁਣ ਅਸੀਂ ਥੋੜਾ ਜਿਹਾ ਕਰੀਏ, ਕਿਉਂਕਿ ਇਹ ਫਿਲਮ ਦਾ ਪ੍ਰੋਜੈਕਟ ਬਿਲਕੁਲ ਰੈਡੀ ਹੈ, ਲੋਕ ਦੇਖਣ ਵਾਲੇ ਨੇ, ਸੈਸ ਵਾਲੇ ਸੰਗਤਾਂ ਤੁਹਾਨੂੰ ਸੁਣ ਰਹੀਆਂ ਨੇ, ਥੋੜੀ ਜਿਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੋ ਕਿੰਨੀਆਂ ਸਕਰੀਨਸ ਅਸੀਂ ਲੈ ਕੇ ਆ ਰਹੇ ਹਾਂ US ਤੇ ਕੈਨੇਡਾ ਦੇ ਵਿੱਚ ਖਾਸ ਕਰਕੇ, ਤੇ ਕਿਤਨਾ ਲੋਕ ਜਿਹੜੇ ਨੇ ਉਹਨੂੰ ਦੇਖਣਗੇ, ਤੇ ਕੀ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਮਨ ਮੰਦਰਾਂ ਦੇ ਵਿੱਚ ਅਸਰ ਵੇਖਣਾ ਚਾਹੁੰਦੇ ਹੋ? ਲਗਭਗ 65 ਸਕਰੀਨਸ ਜਿਹੜੇ ਨੇ US ਤੇ ਕੈਨੇਡਾ ਵਿੱਚ ਚੱਲਣਗੇ। ਓਕੇ। 45 ਦੇ ਕਰੀਬ US ਵਿੱਚ ਤੇ 20 ਦੇ ਕਰੀਬ ਕੈਨੇਡਾ ਦੇ ਵਿੱਚ। ਔਰ ਇਰਾਦਾ ਸਿਰਫ ਇਹ ਹੈ ਕਿ ਸਿਰਫ ਸਿੱਖ, ਪੰਜਾਬੀ, ਸਿੰਧੀਜ਼, ਮੁਲਤਾਨੀਜ਼, ਗੁਰੂ ਸਾਹਿਬ ਨੂੰ ਮੰਨਣ ਵਾਲੇ, ਫੋਲੋ ਕਰਨ ਵਾਲੇ ਦੂਸਰੀ ਜਾਤ ਦੇ ਲੋਕ ਖਾਲੀ ਉਹ ਹੀ ਨਾ ਦੇਖਣ, ਜੋ ਇੱਥੇ ਦੀ ਅਮਰੀਕਨ ਪਬਲਿਕ ਹੈ ਉਹ ਵੀ ਸਮਝੇ ਕਿ ਸਿੱਖ ਟੈਰਰਿਸਟ ਨਹੀਂ ਹੁੰਦੇ, ਸਿੱਖਾਂ ਨੂੰ ਗਲਤ ਫਹਿਮੀ ਵਿੱਚ ਅਟੈਕ ਨਹੀਂ ਕਰੋ। ਜਦੋਂ ਇਹ ਫਿਲਮ ਕਾਨ ਫਿਲਮ ਫੈਸਟੀਵਲ 'ਚ ਦਿਖਾਈ ਗਈ ਸੀ ਜੀ 2014 ਮਈ ਵਿੱਚ ਜੀ, ਤੇ ਉੱਥੇ ਦੇ ਜਿਹੜੇ ਇੱਕ ਵੱਡੇ ਅਫਸਰ ਨੇ ਉਹਨਾਂ ਨੇ ਮੁੜ ਕੇ ਮੈਨੂੰ ਕਿਹਾ ਸੀਗਾ ਕਿ ਅਗਰ ਇਹ ਫਿਲਮ ਤੁਸੀਂ ਫਰਾਂਸ ਵਿੱਚ ਦਿਖਾਓਗੇ ਤੇ ਫਰਾਂਸ ਦੀ ਸਰਕਾਰ ਦਾ ਰਵੱਈਆ ਸਿੱਖਾਂ ਵੱਲ ਬਦਲ ਜਾਏਗਾ। ਜਿਹੜੀ ਟਰਬਨ ਨੂੰ ਲੈ ਕੇ ਸਾਡੇ ਇਸ਼ੂਜ਼ ਨੇ, ਉਹਨੇ ਇੰਨੇ ਕੌਨਫੀਡੈਂਟਲੀ ਕਿਹਾ ਸੀਗਾ, ਕਹਿੰਦੇ ਇਹ ਤੇ ਸਾਨੂੰ ਤਾਂ ਸਮਝ ਹੀ ਨਹੀਂ ਹੈ ਔਰ ਇਸ ਕਿਤਾਬਾਂ ਅਸੀਂ ਪੜ੍ਹਨੀਆਂ ਨਹੀਂ ਨੇ, ਤੇ ਤੁਸੀਂ ਜੋ ਦਿਖਾਇਆ ਹੈ ਓਕੇ, ਚਾਹੇ ਉਹ ਬਾਬਰ ਦਾ ਅਟੈਕ ਹੈ ਜਾਂ ਗੁਰੂ ਸਾਹਿਬ ਦੀ ਫਿਲਾਸਫੀ ਹੈ, ਉਹ ਆਪਣੇ ਆਪ 'ਚ ਬਾਕਮਾਲ ਚੀਜ਼ ਹੈ। ਮੇਰਾ ਬਾਰ-ਬਾਰ ਇਹ ਕਹਿਣਾ ਹੈ ਕਿ ਜਿਸ ਆਦਮੀ ਨੇ ਕਦੀ ਅੱਜ ਤੱਕ ਜ਼ਿੰਦਗੀ 'ਚ ਜਾਂ ਤਾਂ ਫੌਜ ਮਿਲਟਰੀ ਵਿੱਚ ਕੱਟੀ ਜੀ ਜਾਂ ਫਿਰ ਦਵਾਈਆਂ 'ਚ ਕੱਟੀ, ਦਵਾਈਆਂ ਬਣਾਉਣੇ ਇੱਕ ਪਿਰਾਮਲ ਗਰੁੱਪ ਇੰਡੀਆ ਦਾ ਸਭ ਤੋਂ ਵੱਡਾ ਗਰੁੱਪ ਹੈ ਉਹਦੇ ਵਿੱਚ ਕੱਟੀ, ਉਹਨੂੰ ਇਸ ਤਰ੍ਹਾਂ ਇੱਕ ਤਾਕਤ ਮਿਲ ਜਾਣੀ, ਇੱਕ ਪ੍ਰੇਰਨਾ ਮਿਲ ਜਾਣੀ, ਇਹ ਅਗਰ ਗੁਰੂ ਸਾਹਿਬ ਦਾ ਕੰਮ ਨਹੀਂ ਤੇ ਹੋਰ ਕਿਹਦਾ ਹੈ? ਬਿਲਕੁਲ ਆਪਣੇ ਆਪ 'ਚ ਜਿਹੜਾ ਹੈ ਕਿ ਇੱਕ ਮਿਹਰ ਹੈਗੀ ਹੈ ਜਿਨ੍ਹਾਂ ਨੇ ਆਸ਼ੀਰਵਾਦ ਦਿੱਤਾ ਕਿ ਤੁਸੀਂ ਜਿਹੜਾ ਤੁਹਾਨੂੰ ਇੱਕ ਕੰਮ ਦਿੱਤਾ ਜਾ ਰਿਹਾ ਤੁਸੀਂ ਸਫਲ ਕਰਨਾ ਹੈ ਇਹਨੂੰ। ਇੱਕ ਗੱਲ ਹੋਰ ਕਹਾਂਗਾ, ਇਸ ਫਿਲਮ ਨੂੰ ਲਿਆਉਣ ਤੋਂ ਪਹਿਲੇ ਜੀ, ਇਹ ਫਿਲਮ ਸਾਡੀ 4 ਸਾਹਿਬਜ਼ਾਦੇ ਤੋਂ ਪਹਿਲੇ ਵੀ ਤਿਆਰ ਸੀ। ਮੇਰਾ ਇਰਾਦਾ ਸੀਗਾ ਔਰ ਮੈਂ ਉਸੇ ਤਰ੍ਹਾਂ ਚੱਲਿਆ, ਸਾਰੇ ਜਿਹੜੇ ਜਾਣੀ ਗੁਣੀ ਲੋਕੀ ਨੇ ਉਹਨਾਂ ਨੂੰ ਦਿਖਾਵਾਂ, ਔਰ ਉਹਨਾਂ ਨੂੰ ਦਿਖਾਈ ਗਈ, ਉਹਨਾਂ ਕੋਲੋਂ ਰਾਏ ਲਈ ਗਈ, ਜੋ ਚੇਂਜਸ ਕੁਝ ਤਰੁੱਟੀਆਂ ਹੁੰਦੀਆਂ ਹੈ ਉਹ ਠੀਕ ਕੀਤੀਆਂ ਗਈਆਂ, ਹਜੇ ਵੀ ਹੋ ਸਕਦੀਆਂ ਕੁਝ ਹੋਣ, ਲੇਕਿਨ ਇਨਸਾਨ ਜਦ ਤੱਕ ਇਨਸਾਨ ਹੈ ਤਾਂ ਤੱਕ ਇੰਪਰਫੈਕਟ ਹੈ। ਪਰਫੈਕਟ ਇਨਸਾਨ ਪਰਫੈਕਟ ਨਹੀਂ ਹੁੰਦਾ, ਉਹ ਰੱਬ ਹੁੰਦਾ ਹੈ। ਲੇਕਿਨ ਜਦੋਂ ਇਹਨੂੰ ਚੇਂਜਸ ਲਿਆਈਆਂ ਗਈਆਂ, ਇਹਦੀ ਅਪਰੂਵਲ ਲਈ ਗਈ, ਇਹ ਫਿਲਮ ਜਿਤਨੇ ਮੈਂਬਰਸ ਨੇ, ਭਾਵੇਂ ਉਹ ਦਰਬਾਰ ਸਾਹਿਬ ਦੇ ਹੋਣ, ਭਾਵੇਂ ਉਹ ਸਿੱਖ ਇਤਿਹਾਸਿਕ ਲੋਕ ਹੋਣ, ਉਹਨਾਂ ਨੂੰ ਦਿਖਾਈ ਗਈ। ਔਰ ਲੋਕੀ ਮਨ ਕਹਿਣ ਤੂੰ ਦੇਰ ਕਰ ਰਹੇ ਹੈ, 4 ਸਾਹਿਬਜ਼ਾਦੇ ਆ ਰਹੀ ਹੈ, ਦੂਸਰੀ ਪਿਕਚਰਾਂ ਆ ਰਹੀਆਂ, ਉਹਨਾਂ ਕਹਾ ਨਹੀਂ, ਇਹਦੇ 'ਚੋਂ ਪੈਸਾ ਕਮਾਉਣਾ ਨਹੀਂ ਹੈ, ਇਹ ਜਿਤਨੀ ਸੱਚਾਈ ਦੇ ਨਜ਼ਦੀਕ ਹੋ ਸਕੇਗੀ ਇਹਨੂੰ ਉਸ ਤਰ੍ਹਾਂ ਚਲਾਉਣਾ ਹੈ। ਫਿਰ ਵੀ ਜਦੋਂ ਦਿਖਾਉਣ ਤੋਂ ਉਹਨਾਂ ਸਾਰਿਆਂ ਦੀ ਰਾਏ ਲੈਣ ਤੋਂ ਬਾਅਦ 3 ਮਹੀਨੇ ਵੇਟ ਕਰਨ ਤੋਂ ਬਾਅਦ ਜਦੋਂ ਲਿਆਏ ਗਏ ਤਾਂ ਮੈਨੂੰ ਦੁੱਖ ਲੱਗਿਆ ਕਿ ਕੁਝ ਲੋਕ ਇਹਦੇ ਵਿੱਚ ਕੰਟਰੋਵਰਸੀ ਕਰਕੇ ਕਮਾ ਰਹੇ ਹੈ। ਹੁਣ ਜਿਨ੍ਹਾਂ ਨੂੰ ਇਸ ਚੀਜ਼ ਇਸ ਕੰਟਰੋਵਰਸੀ 'ਚ ਦੀ ਮਾਚਿਸ ਲਗਾਉਣ ਦਾ, ਤੀਲੇ ਲਗਾਉਣ ਦਾ ਮਿਲਿਆ, ਉਹਨਾਂ 'ਚੋਂ ਕੁਝ ਲੋਕਾਂ ਨੇ ਬਰਮਿੰਗਮ ਤੇ ਲੰਡਨ 'ਚ ਫਿਲਮ ਦੇਖੀ ਜੀ, ਔਰ ਉਹਨਾਂ ਵਿੱਚ ਜਦ ਬਦਲਾਵ ਆਇਆ, ਇਹ ਇੱਕ ਨਵਾਂ ਮਿਰੇਕਲ ਸੀਗਾ ਸੁਣਨ ਨੂੰ, ਦੇਖਣ ਨੂੰ, ਫੀਲ ਕਰਨ ਨੂੰ, ਕਿ ਇਹਨੇ ਕੱਟੜਵਾਦੀ ਜਿਹੜੇ ਖਿਆਲਾਤ ਲੋਕ ਉਹ ਇਸ ਫਿਲਮ ਨੂੰ ਦੇਖ ਕੇ ਅਥਰੂ ਬਹਾ ਗਏ। ਨਹੀਂ, ਬਿਲਕੁਲ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਸਿੱਖੀ ਸਿਧਾਂਤ ਦੇ ਵਿੱਚ ਅਸੀਂ ਬਹੁਤ ਜਿਹੜੇ ਸਾਡੇ ਵਾਸਤੇ ਚੀਜ਼ਾਂ ਹੁੰਦੀਆਂ ਨੇ ਉਹਦੀ ਸਾਨੂੰ ਰੱਖਿਆ ਕਰਨੀ ਪੈਂਦੀ ਹੈ, ਉਹਦੇ 'ਚ ਅਸੀਂ ਨਹੀਂ ਅੱਗੇ ਵੱਧ ਸਕਦੇ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਫਿਲਮ ਨੂੰ ਇੰਨਾ ਜ਼ਿਆਦਾ ਸਕਰੀਨ ਕਰਾਇਆ ਗਿਆ, ਇੰਨੀ ਜਗ੍ਹਾ ਤੋਂ ਚੈੱਕ ਕਰਵਾਇਆ ਗਿਆ, ਆਪਣੇ ਆਪ 'ਚ ਇੱਕ ਵੱਡਾ ਉਪਰਾਲਾ ਹੈ, ਕਿਉਂਕਿ ਕਮਰਸ਼ੀਅਲੀ ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿ ਉਹਦਾ ਪ੍ਰੋਜੈਕਟ ਡਿਲੇ ਹੋਵੇ। ਉਹ ਕਹਿੰਦੇ ਕਿ ਜਲਦੀ ਕਰੋ ਇਹਨੂੰ, ਜੋ ਵੀ ਹੈਗਾ ਫਿਰ ਦੇਖਾਂਗੇ ਕੰਟਰੋਵਰਸੀ ਕੀ ਹੁੰਦੀ। ਲੇਕਿਨ ਤੁਸੀਂ 4 ਸਾਹਿਬੇ ਤੋਂ ਪਹਿਲਾਂ ਰੈਡੀ ਸੀ, 4 ਸਾਹਿਬਜ਼ਾਦਿਆਂ ਤੋਂ ਪਹਿਲਾਂ, ਪਰ ਫਿਰ ਵੀ ਤੁਸੀਂ ਰੋਕ ਰਹੇ ਹੋ, ਫਿਲਮ ਚੈੱਕ ਕਰਵਾ ਰਹੇ ਹੋ, ਮਤਲਬ ਕਿ ਮਨ 'ਚ ਇੱਕ ਇਹ ਹੈ ਕਿ ਗੁਰੂ ਸਾਹਿਬਾਨ ਦੇ ਬਾਰੇ ਕੋਈ ਆਪੱਤੀਜਨਕ ਸ਼ਬਦ ਬਾਹਰ ਨਾ ਚਲੇ ਜਾਏ। ਤੁਸੀਂ ਇਹਦੀਆਂ ਪੂਰੀਆਂ ਜਿਹੜੀਆਂ ਤਰੁੱਟੀਆਂ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਮੇਰੇ ਹਿਸਾਬ ਨਾਲ ਜਿੰਨੀ ਵੀ ਸੰਗਤ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੀ ਹੈ, ਉਹਨਾਂ ਦੇ ਮਨ ਮੰਦਰਾਂ 'ਚ ਇੱਕ ਜ਼ਰੂਰ ਹੋਣਾ ਚਾਹੀਦਾ ਹੈ ਕਿ ਫਿਲਮ ਨੂੰ ਜਾ ਕੇ ਖੁਦ ਆਪਣੀ ਨਿਗਾਹਾਂ ਨਾਲ ਦੇਖਣ,
ਆਪਣੇ ਮਨ 'ਚ ਵਿਚਾਰਨ ਕਿ ਫਿਲਮ ਸਹੀ ਹੈ ਜਾਂ ਗਲਤ ਹੈ, ਤਾਂ ਫਿਰ ਉਹ ਤਾਂ ਕਰਨ, ਕਿਉਂਕਿ ਇੰਟਰਨੈਟ ਤੇ ਇੱਕ ਸਿਰਫ ਬੰਦੇ ਵੱਲੋਂ ਲਾਈਨ ਪਾ ਦੇਣੀ ਕਿ ਇਹ ਫਿਲਮ ਗਲਤ ਹੈ, ਇਹਨੂੰ ਰੋਕ ਦੇਣੀ ਚਾਹੀਦੀ, ਇਹ ਤਾਂ ਮੇਰੇ ਸਾਹਮਣੇ ਕਿਸੇ ਨਾਲ ਨਿਆਂ ਨਹੀਂ ਹੈਗਾ। ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗਾ, ਮੈਨੂੰ ਕਿਹਾ ਗਿਆ ਤੁਸੀਂ ਬੇਬੇ ਨਾਨਕੀ ਕਿਉਂ ਦਿਖਾਈ, ਮਾਤਾ ਤ੍ਰਿਪਤਾ, ਮਾਤਾ ਸੁਲਖਣੀ ਕਿਉਂ ਦਿਖਾਇਆ, ਜਿੰਨੇ ਵੀ ਜਵਾਬ ਦਿਆਂ ਉਹ ਘੱਟ ਪੈਂਦੇ ਸਨ ਜੀ। ਫਿਰ ਮੈਨੂੰ ਅੱਜ ਪਤਾ ਲੱਗਾ 1970 ਵਿੱਚ ਇੱਕ ਗਗਨ ਮੈਂ ਥਾਲ ਕਰਕੇ ਲਾਈਟ ਐਂਡ ਸਾਊਂਡ ਸ਼ੋਅ ਕੀਤਾ ਗਿਆ ਸੀਗਾ ਜੀ, ਜਿਹਦੇ 'ਚ ਕਿ ਐਕਟਰਸ ਨੇ ਉਹਨਾਂ ਦੇ ਕਿਰਦਾਰ ਨਿਭਾਏ। ਓਕੇ, ਸਿਰਫ ਗੁਰੂ ਸਾਹਿਬ ਦੇ ਨਹੀਂ, ਬਾਕੀ ਸਾਰਿਆਂ ਦੇ ਐਕਟਰਸ ਨੇ ਨਿਭਾਏ। ਉਦੋਂ ਪਰ SGPC ਨੇ ਕਿਤਾਬ ਵੀ ਕੱਢੀ ਸੀ। ਅੱਛਾ ਜੀ। 1988 ਵਿੱਚ 1988 ਵਿੱਚ ਇੱਕ ਹੋਰ ਇਸੇ ਤਰ੍ਹਾਂ ਦਾ ਮਿੱਟੀ ਧੁੰਦ ਜਗ ਚਾਨਣ ਹੋਆ ਕਰਕੇ ਇੱਕ ਲਾਈਟ ਐਂਡ ਸਾਊਂਡ ਸ਼ੋਅ ਕੀਤਾ ਗਿਆ ਸੀ, ਜਿਹਦੇ 'ਚ ਇਹਨਾਂ ਸਾਰਿਆਂ ਦੇ ਕਿਰਦਾਰ, ਬੇਬੇ ਨਾਨਕੀ, ਮਾਤਾ ਤ੍ਰਿਪਤਾ, ਮਾਤਾ ਸੁਲਖਣੀ ਜੀ, ਇਹਨਾਂ ਦੇ ਕਿਰਦਾਰ ਨਿਭਾਏ ਗਏ। ਓਕੇ, ਜਦੋਂ SGPC ਨੇ ਜਾਂ ਅਕਾਲ ਤਖਤ ਨੇ ਉਹਨਾਂ ਦੇ ਕਿਰਦਾਰ ਤੋਂ ਨਿਭਾਇਆ ਸੀਗਾ ਤਾਂ ਇਹ ਕੁਐਸਚਨ ਨਹੀਂ ਪੁੱਛਿਆ ਗਿਆ ਸੀਗਾ ਕਿ ਤੁਸੀਂ ਉਹਨਾਂ ਦੇ ਕਿਰਦਾਰ ਕਿਉਂ ਨਿਭਾਤੇ। ਜਦੋਂ ਚਾਰ ਸਾਹਿਬਜ਼ਾਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਸੀਂ ਬਾਈ ਫੇਸ ਦਿਖਾਇਆ ਹੈ ਜੀ, ਤਾਂ ਨਹੀਂ ਪੁੱਛਿਆ ਗਿਆ ਸੀ ਮੈਨੂੰ ਕਿਉਂ ਸਿੰਗਲ ਆਊਟ ਕੀਤਾ ਜਾ ਰਿਹਾ ਹੈ ਕਿ ਮੈਂ ਗੁਰੂ ਸਾਹਿਬ ਨੂੰ ਪਿੱਠ ਤੋਂ, ਇੱਕ ਲਾਈਟ ਤੋਂ, ਕੰਪਿਊਟਰ ਗ੍ਰਾਫਿਕਸ ਤੋਂ ਕਿਉਂ ਦਿਖਾ ਦਿੱਤਾ ਹੈ। ਯੂ ਸ਼ੋ ਮੀ ਦ ਫੇਸ ਐਂਡ ਆਈ ਵਿਲ ਸ਼ੋ ਯੂ ਦ ਰੂਲ। ਇਹ ਠੀਕ ਨਹੀਂ ਹੈ, ਖਾਸ ਕਰ ਐਸੇ ਆਦਮੀ ਤੋਂ ਜਿੰਨੇ ਕਿ ਇਹਦੀ ਕਮਾਈ ਕਰ ਨਹੀਂ ਲੈਣੀ, ਜਿੰਨੇ ਪ੍ਰੋਫਿਟ ਨਹੀਂ ਕਮਾਉਣਾ। ਪਰ ਮੈਂ ਤੇ ਇੱਥੇ ਜ਼ਰੂਰ ਇੱਕ ਚੀਜ਼ ਕਹਿਣਾ ਚਾਹਾਂਗਾ, ਕਿਉਂਕਿ ਤੁਹਾਡੇ ਜਿਹੜੇ ਜੋ ਵੀ ਤੁਹਾਡੇ ਮਨ 'ਚ ਉਸ ਵੇਲੇ ਮਨਸ਼ਾ ਸੀ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ, ਜਾਂ ਜੋ ਅੱਜ ਤੁਸੀਂ ਪ੍ਰੋਜੈਕਟ ਲੈ ਕੇ ਹਾਜ਼ਰ ਹੋ, ਮੈਨੂੰ ਕਿਤੇ ਵੀ ਤੁਹਾਡੇ ਨਾਲ ਜਿੰਨੇ ਵੀ ਮੈਂ ਗੱਲਬਾਤ ਕੀਤੀ, ਮੈਨੂੰ ਕਿਤੇ ਵੀ ਉਹਦੇ 'ਚ ਕਮਰਸ਼ੀਅਲੀ ਐਂਗਲ ਜਿਹੜਾ ਨਹੀਂ ਲੱਗਾ। ਨਾਲੇ ਤੁਸੀਂ ਆਪਣੇ ਵੱਲੋਂ ਵੀ ਆਪਣੇ ਜੀਵਨ ਦੇ ਵਿੱਚ ਵੀ ਗੁਰੂ ਸਾਹਿਬ ਦੀ ਮਿਹਰ ਜਿਹੜੀ ਆ ਉਹਦੀ ਬਾਰ-ਬਾਰ ਜ਼ਿਕਰ ਕਰਦੇ ਆ ਰਹੇ ਹੋ। ਮੈਂ ਬਹੁਤ ਸਾਰੀਆਂ ਤੁਹਾਡੀ ਇੰਟਰਵਿਊਜ਼ ਵੀ ਦੇਖੀਆਂ ਨੇ। ਮੈਨੂੰ ਤਾਂ ਇਹੋ ਚੀਜ਼ ਲੱਗਦੀ ਹੈ ਕਿ ਪ੍ਰੋਜੈਕਟ ਬਿਲਕੁਲ ਸਾਹਮਣੇ ਹੈ। ਜਿਹੜੀਆਂ ਕਿਤਾਬਾਂ, ਜਿਸ ਤਰ੍ਹਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਕਿ ਲੱਖ ਕਿਤਾਬ ਵੀ ਕਿਸੇ ਨੂੰ ਪੜ੍ਹਾ ਦਿਓ, ਉਹਦੇ 'ਚ ਮਨ 'ਚ ਕਦੀ ਵੀ ਉਹਨਾਂ ਅਸਰ ਨਹੀਂ ਕਰ ਸਕਦੀਆਂ ਜਿੰਨੀ ਇੱਕ ਡਿਜੀਟਲ ਫਿਲਮ ਜਿਹੜੀ ਆ ਉਹ ਪੂਰੇ ਤਰੀਕੇ ਨਾਲ ਅਸਰ ਕਰ ਸਕਦੀ ਹੈ। ਅੱਗੇ ਹੁਣ ਸੰਗਤਾਂ ਦੇ ਹੱਥ ਹੈ, ਕਿਉਂਕਿ ਉਹਨਾਂ ਨੇ ਇਸ ਚੀਜ਼ ਨੂੰ ਐਕਸੈਪਟ ਕਰਨਾ ਹੈ, ਕਿਉਂਕਿ ਸਾਡੀਆਂ ਪੀੜ੍ਹੀਆਂ ਜਿਹੜੀਆਂ ਨੇ ਸਾਡੇ ਧਰਮ ਤੋਂ ਦੂਰ ਹੋ ਰਹੀਆਂ ਨੇ, ਉਹਦਾ ਨੁਕਸਾਨ ਸਾਡਾ ਆਪਣਾ ਹੈ। ਅੱਜ ਕਿਸੇ ਦੇ ਕਹਿਣ ਤੇ ਅਸੀਂ ਆਪਣੇ ਬੱਚਿਆਂ ਨੂੰ ਸੱਚਾਈ ਤੋਂ ਦੂਰ ਨਹੀਂ ਰੱਖ ਸਕਦੇ, ਇਹ ਵੀ ਸੱਚਾਈ ਹੈ। ਤੇ ਅੱਜ ਜ਼ਰੂਰਤ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਈਏ, ਆਪਣੇ ਗੁਰੂ ਸਾਹਿਬਾਨ ਦੇ ਬਾਰੇ ਸਿਰਫ ਨਾਂ ਨਾਲ ਜਾਣੂ ਕਰਾਈਏ, ਉਹਨਾਂ ਦੀ ਜੀਵਨੀ ਨਾਲ ਜਾਣੂ ਕਰਾਈਏ, ਤਾਂ ਜੋ ਇਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਮੇਰੇ ਸਾਹਮਣੇ ਹੋਰ ਵੀ ਆਉਣੀਆਂ ਚਾਹੀਦੀਆਂ ਨੇ, ਕਿਉਂਕਿ ਆਪਣੇ ਆਪ 'ਚ ਦਸ਼ਮ ਪਾਤਸ਼ਾਹ ਤੋਂ ਬਾਅਦ ਪਹਿਲੀ ਪਾਤਸ਼ਾਹੀ ਦੀ ਫਿਲਮ ਆ ਰਹੀ ਹੈ ਤੇ ਆਪਣੇ ਆਪ 'ਚ ਬਹੁਤ ਵੱਡਾ ਉਪਰਾਲਾ ਹੈ। ਤੇ ਤੁਹਾਡੇ ਨਾਲ ਇੱਕ ਵਾਰੀ ਫਿਰ ਮੈਂ ਸਵਾਲ ਕਰਦਾ ਹਾਂ ਆਰਿਫ ਜੀ, ਆਪਣੇ ਕੋਲ ਬਹੁਤ ਘੱਟ ਸਮਾਂ ਹੈ, ਲੇਕਿਨ ਮੈਂ ਇੱਕ ਚੀਜ਼ ਆਪਣੇ ਵੱਲੋਂ, ਜਿਹੜੀ ਮੇਰੀ ਆਡੀਅנס ਹੈ ਇਸ ਵੇਲੇ ਇਸ ਪ੍ਰੋਗਰਾਮ ਨੂੰ ਸੁਣ ਰਹੀ ਹੈ, ਉਹਨੂੰ ਕੀ ਇੱਕ ਮੈਸੇਜ क्लियर करना चाहोगे, की मैसेज देना चाहोगे कि केड़ी गल्लों फिल्म नु जाके देखन? जैसा मैंने आपसे पहले कहा, इसमें जो मूल मैसेज है जी, कि जो सिख फिलॉसफी का बेस है, जो हर इंसानियत का बेस है कि एक खुदा है, भाईचारा है, सब एक समान है, औरत के प्रति जो रिस्पेक्ट है वो आपने मेंटेन करनी चाहिए। जो सारे मुद्दे जो आज के माहौल में बहुत ज़रूरी है, और हम लोग शायद इन सारे मुद्दों से हम भटक गए हैं सब। मैं अपने आप को भी उस फेरिस में रखता हूँ। तो ये फिल्म आपको एक हल्का सा मार्गदर्शन देगी और एक अच्छे क्लीन, होपफुली बड़े लेविश तरीके से, क्योंकि एपिक स्केल पे बनी है, आपको बताएगी कि एक सच्चाई क्या है अपने जीवन को सुधारने के। शायद जो मूल लिखे गए हैं, जो मूल गुरु साहब ने दिए हुए हैं, उनको सिर्फ दोबारा हमें समझना है जी, और उन पे चलने की कोशिश करना है। तो ये एक पॉइंट है इस फिल्म में, आपको दिखेगा। एक सिनेमैटिकली बहुत बड़ी फिल्म है जी। मतलब अगर आप ये उसका जो मूल मैसेज है वो अगर एक तरफ रख के आप फिल्म भी देखते हैं, अगर आप सिनेमा के स्टूडेंट हैं, अगर आप फिल्म मेकिंग के स्टूडेंट हैं, अगर आप पैशनेट फिल्म मेकर हैं, तो जिस स्केल पे बनी है, इसमें जो विजुअल एलिमेंट है फिल्म का, म्यूज़िक जो एलिमेंट है वो भी कमाल का है। वो आपको एक बहुत बड़ी इंटरनेशनल एपिक की तरह आपको सामने दर्शाया जाएगा, जो आपको समझ में आएगा। तो इन सब चीज़ों के लिए देखना बहुत ज़रूरी है। और मुझे लगता है ये एक ऐतिहासिक फिल्म है जो आप बार बार देख सकते हैं, आप अपने बच्चों को भी दिखा सकते हैं। और जैसे सिक्का साहब ने कहा, आपने भी कहा कुछ हद पहले कि हम सारी दुनिया की चीज़ें, मैंने अलेक्जेंडर की कहानी अलेक्जेंडर की फिल्म से समझी, नेपोलियन की स्टोरी मैंने नेपोलियन पे जो फिल्म बनी फ्रेंच उस पर समझी, मैंने रज़िया सुल्तान की कहानी टीवी सीरियल से समझी है, ऐसे कई, अशोका जैसे कहानी। तो हम विजुअल मीडियम से बहुत जल्दी जुड़ते हैं, समझते भी हैं, खासकर बच्चे, यंग पीढ़ी। तो
तो उनके लिए एक बहुत अच्छा मार्गदर्शन होगा ये फिल्म। और एक शेल्फ लाइफ, कहते ना कि सिनेमा ऐतिहासिक होता है, या आप एक बार खरीद के डीवीडी रखते हैं, आप बार बार देख सकते हैं। तो मुझे लगता है ये फिल्म उस क्षेत्र के, उस श्रेणी में जाएगी। बिल्कुल, हम तो यही करते हैं कि ये फिल्म दिलों में रहे, ना शेल्फ पे ना रहे, दिलों में रहे, क्योंकि लोग इससे अपना जीवन जो है उसमें तब्दीली ला के बिल्कुल मनुष्यता के लिए कुछ कर सकें, यही मैं अपील करता हूँ। सिक्का जी, ਜਾਂਦੇ ਵਾਰੀ ਤੁਸੀਂ ਕੀ ਕਹਿਣਾ ਚਾਹੋਗੇ ਸਾਡੀ ਪੂਰੀ ਆਡੀਅנס ਨੂੰ? ਮੈਂ ਖਾਲੀ ਇੱਕ ਛੋਟਾ ਜਿਹਾ ਤੁਹਾਨੂੰ ਆਡੀਅנס ਨੂੰ ਸਾਰੇ ਨੂੰ ਰਿਕੁਐਸਟ ਕਰਨਾ ਚਾਹਾਂਗਾ, ਤੁਸੀਂ ਇਸ ਫਿਲਮ ਨੂੰ ਦੇਖੋ। ਅਗਰ ਤੁਹਾਨੂੰ ਇਹਦੇ ਵਿੱਚ ਕੋਈ ਤਰੁੱਟੀ ਨਜ਼ਰ ਆਏ ਤਾਂ ਉਹਦਾ ਗੁਨਾਹਗਾਰ ਮੈਂ ਹੋਵਾਂਗਾ, ਲੇਕਿਨ ਅਗਰ ਤੁਹਾਨੂੰ ਇਹਦੇ ਅੰਦਰ ਸਿੱਖ ਇਤਿਹਾਸ ਬਾਰੇ, ਗੁਰੂ ਸਾਹਿਬ ਬਾਰੇ ਕੁਝ ਪ੍ਰੇਰਣਾ ਮਿਲੇਗੀ ਤੇ ਉਹਦੇ ਜ਼ਿੰਮੇਵਾਰ ਸਿਰਫ ਗੁਰੂ ਸਾਹਿਬ ਹੋਣਗੇ। ਔਰ ਜਦ ਤੁਸੀਂ ਇਹ ਫਿਲਮ ਦੇਖੋਗੇ ਤੁਹਾਨੂੰ ਰਿਅਲਾਈਜ਼ ਕਰੋਗੇ ਕਿ ਇਹ ਇਨਸਾਨੀ ਫਿਲਮ ਨਹੀਂ ਹੈ, ਇਸ ਇਨਸਾਨ ਦੇ ਬਣਾਈ ਹੋਈ, ਕਿਸੇ ਇਨਸਾਨ ਦੇ ਬਣਾਈ ਹੋਈ ਫਿਲਮ ਨਹੀਂ ਹੈ, ਇਹ ਬਹੁਤ ਉੱਚੇ ਲੈਵਲ ਦੀ ਹੈ, ਇਹਦੇ ਅੰਦਰ ਰੂਹ ਹੈ। ਇਹੀਓ ਕਰਕੇ ਲੋਕੀ ਇੰਨੇ ਵੱਡੇ ਲੋਕੀ ਆ ਕੇ ਕੰਮ ਕਰਦੇ ਸਨ ਤੇ ਕਹਿੰਦੇ ਸਨ ਇਹ ਫਿਲਮ 'ਚ ਮੈਂ ਪੈਸੇ ਨਹੀਂ ਲੈ ਸਕਦਾ। ਤੇ ਇਹ ਸਿਰਫ ਇੱਕ ਸੁਨੇਹਾ ਹੈ, ਇੱਕ ਜਰਨੀ ਹੈ, ਇੱਕ ਐਪਿਕ ਹੈ, ਇੱਕ ਮਿਰੇਕਲ ਹੈ। ਨਾਨਕ ਸ਼ਾਹ ਫਕੀਰ। ਸਿੱਕਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ स्टूडियो 'ਚ ਆਏ। ਤੇ आरिफ जी, आपने इतना समय दिया हमें, स्पेशली न्यूयॉर्क हमारे आपने लिए बुलाया, ये हमारे लिए अच्छा लाभ। हम आपके अति धन्यवादी हैं और कल आपकी फिल्म भी देखेंगे जी, तो उसमें ज़्यादा आपसे मुलाकात होगी। बिल्कुल बिल्कुल। तो जाने की इजाज़त चाहते हैं आपसे, धन्यवाद। थैंक यू। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਦੋਸਤੋ, ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਮੀਡੀਆ ਨੇ ਜੋ ਵੀ ਚੱਲਦਾ ਹੈ, ਇਹ ਇੱਕ ਕੰਟਰੋਵਰਸੀ ਵੀ ਹੁੰਦੀ, ਹਰੇਕ ਫਿਲਮ ਦੀ ਕੰਟਰੋਵਰਸੀ ਹੁੰਦੀ ਹੈ, ਲੇਕਿਨ ਇਹ ਫਿਲਮ ਸਾਡੇ ਇਤਿਹਾਸ ਵਾਸਤੇ, ਸਾਡੀ ਜੀਵਨੀ ਵਾਸਤੇ ਤੇ ਸਾਡੇ ਆਉਣ ਵਾਲੇ ਭਵਿੱਖ ਵਾਸਤੇ ਬੜੀ ਜ਼ਰੂਰੀ ਹੈ। ਕਿਉਂਕਿ ਹਰ ਇੱਕ ਫਿਲਮ ਨੂੰ ਅਸੀਂ ਕਿਸੇ ਦੇ ਨਜ਼ਰੀਏ ਨਾਲ ਸਮਝੀਏ, ਅਸੀਂ ਖੁਦ ਜਾਈਏ ਫਿਲਮ ਦੇ ਵਿੱਚੋਂ, ਖੁਦ ਮੈਸੇਜ ਜੋ ਹੈ ਗ੍ਰੈਬ ਕਰਨ ਦੀ ਕੋਸ਼ਿਸ਼ ਕਰੀਏ। ਇਹ ਨਹੀਂ ਕਿ ਕਿਸੇ ਨੇ ਉਹਦੇ ਬਾਰੇ ਗਲਤ ਕਹਿਤਾ, ਮੈਂ ਬਾਰ-ਬਾਰ ਉਸ ਚੀਜ਼ ਤੇ ਜ਼ੋਰ ਦੇ ਰਿਹਾ, ਉਹਦੀ ਗਲਤੀ ਨੂੰ ਜਾਂ ਉਹਦੇ ਵੱਲੋਂ ਕੱਢੇ ਗਏ ਨੁਕਸ ਨੂੰ ਅਸੀਂ ਨਾ ਦੇਖੀਏ, ਆਪ ਜਾ ਕੇ ਦੇਖਣ ਦੀ ਕੋਸ਼ਿਸ਼ ਕਰੀਏ ਇਹਦੇ 'ਚ ਕੀ ਚੰਗਾ ਹੈ ਜਾਂ ਕੀ ਮਾੜਾ ਹੈ। ਤੇ ਜੇ ਅਸੀਂ ਇੱਕ ਉਪਰਾਲਾ ਕਰਕੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ, ਆਪਣੇ ਬੱਚਿਆਂ ਨੂੰ ਇਸ ਫਿਲਮ ਦੇ ਦਿੱਤੇ ਮੈਸੇਜ ਨੂੰ ਸਮਝਾ ਸਕੇ, ਤਾਂ ਮੇਰੇ ਹਿਸਾਬ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਸਰਬਤ ਦਾ ਭਲਾ, ਉਹਦਾ ਇੱਕ ਮੈਸੇਜ ਕਨਵੇ ਕਰ ਸਕਾਂਗੇ। ਗੁਰੂ ਸਾਹਿਬ ਵੱਲੋਂ ਦਿੱਤੀ ਗਈ ਸਿੱਖਿਆ ਨੂੰ ਜਿਹੜਾ ਆਪਣੇ ਆਉਣ ਵਾਲੇ ਬੱਚਿਆਂ ਤੱਕ ਲੈ ਕੇ ਜਾ ਸਕਾਂਗੇ। ਇੰਨਾ ਹੀ ਮੈਂ ਕਹਿ ਕੇ ਇਸ ਪ੍ਰੋਗਰਾਮ ਦੇ ਵਿੱਚੋਂ ਤੁਹਾਡੇ ਕੋਲ ਇਜਾਜ਼ਤ ਮੰਗਦਾ ਤੇ ਮੈਂ ਪੂਰੀ ਅਪੀਲ ਕਰਦਾ ਕਿ ਆਪਣੇ ਘਰੋਂ ਟਾਈਮ ਕੱਢ ਕੇ ਆਪਣੇ ਬੱਚਿਆਂ ਸਹਿਤ ਇਸ ਫਿਲਮ ਨੂੰ ਵੇਖਣ ਲਈ ਬਹੁਤ ਜ਼ਰੂਰੀ ਜਾਓ। ਬਹੁਤ ਬਹੁਤ ਤੁਹਾਡਾ ਧੰਨਵਾਦ। ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀ।